ਧੁਰ ਕੀ ਬਾਣੀ ਜੋ ਗੁਰੂ ਸਹਿਬਾਨ ਸੰਤਾਂ ਮਹਾਪੁਰਸ਼ਾਂ ਭਗਤਾਂ ਭੱਟਾਂ ਸਿੱਖਾਂ ਅਤੇ ਹੋਰਨਾਂ ਮਹਾਪੁਰਸ਼ਾਂ ਦੀ ਰਸਨਾ ਤੋਂ ਉਚਾਰੀ ਗਈ ਉਹ ਅੰਮ੍ਰਿਤਮਈ ਹੈ, ਜਿਸ ਨੂੰ ਸਰਵਣ ਕਰਕੇ ਇਨਸਾਨ ਪਰਮ ਗਤੀ ਪ੍ਰਾਪਤ ਕਰ ਸਕਦਾ ਹੈ। ਤਾਂ ਤੇ ਫਿਰ ਐਸੇ ਅਕਾਲ ਪੁਰਖ ਤੋਂ ਵਾਰਨੇ ਜਾਣਾ ਚਾਹੀਦਾ ਹੈ ਜਿਸ ਦੇ ਅੰਮ੍ਰਿਤਮਈ ਬੋਲ ਅਸੀਂ ਸਰਵਣ ਕਰਦੇ ਹਾਂ ਤੇ ਮਨ ਵਿੱਚ ਵਸਾਉਂਦੇ ਹਾਂ। ਮਨ ਆਨੰਦਿਤ ਹੁੰਦਾ ਹੈ। ਕੋਲ ਕੁਮਾਈ ਲਾਲਨਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਉਸ ਪਰਮਾਤਮਾ ਨਾਲ ਅਥਾਹ ਪ੍ਰੀਤ ਰੱਖਣ ਵਾਲੇ ਗੁਰਮੁਖ ਜਨਾਂ ਨੂੰ ਉਸ ਇਲਾਹੀ ਸਦ ਦੀ ਤਾਂਘ ਹੁੰਦੀ ਹੈ। ਜੇ ਕੋਈ ਗੁਰੂ ਕਾ ਪਿਆਰਾ ਗੁਰੂ ਕੇ ਬਚਨਾਂ ਨੂੰ ਅਲਾਉਂਦਾ ਹੈ ਤਾਂ ਫਿਰ ਬੜੇ ਪਿਆਰ ਨਾਲ ਉਸ ਸੱਚੀ ਸਦ ਨੂੰ ਗੁਰੂ ਕੇ ਪਿਆਰੇ ਸਰਵਣ ਕਰਦੇ ਨੇ। ਸਦ ਤੋਂ ਭਾਵ ਬਚਨ ਹਨ, ਆਵਾਜ਼ ਹੈ। ਤੇਰਾ ਸਦੜਾ ਸੁਣੀ ਜੈ ਭਾਈ, ਜੇ ਕੋ ਬਹਿ ਅਲਾਏ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਸੂਹੀ ਮਹੱਲਾ ਪਹਿਲਾ। ਜੋਗੀ ਹੋਵੇ ਜੋਗ ਵੈ, ਭੋਗੀ ਹੋਵੇ ਖਾਏ। ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ। ਤੇਰਾ ਸਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਰਹਾਉ। ਜੈਸਾ ਬੀਜੈ ਸੋ ਲੁਣੈ, ਜੋ ਖੱਟੇ ਸੋ ਖਾਏ। ਅੱਗੇ ਪੁੱਛ ਨਾ ਹੋਵਈ, ਜੇ ਸਣ ਨਿਸ਼ਾਨੈ ਜਾਏ। ਤੈਸੋ ਜੈਸਾ ਕਾਢੀਐ, ਜੈਸੀ ਕਾਰ ਕਮਾਏ। ਜੋ ਦਮ ਚਿਤ ਨਾ ਆਵੇ, ਸੋ ਦਮ ਬਿਰਥਾ ਜਾਏ। ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ। ਨਾਨਕ ਕੰਮ ਨਾ ਆਵੇ, ਜਿਤ ਤਨ ਨਾਹੀ ਸੱਚਾ ਨਾਉ। ਇਹ ਮੁਬਾਰਕ ਸ਼ਬਦ ਸੂਹੀ ਰਾਗ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 730 ਤੇ ਸੁਭਾਇਮਾਨ ਹੈ। ਇਸ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ, ਜੋ ਮੂਲ ਭਾਵ ਹੈ ਇਸ ਸ਼ਬਦ ਦਾ, ਇਸ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਇੱਕ ਅਰਦਾਸ ਹੈ ਕਿ ਹੇ ਪ੍ਰਮਾਤਮਾ, ਮੈਂ ਤੇਰਾ ਸੋਹਣਾ ਜਿਹਾ ਸ਼ਬਦ ਸੁਣਨਾ ਚਾਹੁੰਦਾ ਹਾਂ। ਸੁਣੀਜੈ ਤੋਂ ਭਾਵ ਹੈ ਸੁਣਨਾ ਚਾਹੁੰਦਾ ਹਾਂ। ਅਸਲ ਵਿੱਚ ਗੁਰੂ ਸਾਹਿਬ ਨੇ ਇਸ ਸੰਸਾਰ ਵਿੱਚ ਵੇਖਿਆ ਕਿ ਰੱਬ ਦੇ ਢੰਡਾਊ ਤੇ ਹਨ, ਪਰ ਉਹਨਾਂ ਨੇ ਰਸਤਾ ਠੀਕ ਨਹੀਂ ਚੁਣਿਆ। ਜੋ ਮਾਰਗ ਗੁਰੂ ਸਾਹਿਬ ਨੇ ਦੱਸਿਆ ਸੀ, ਸਭ ਤੋਂ ਸੁਖੈਨ ਮਾਰਗ ਹੈ ਜਪਣ ਦਾ ਮਾਰਗ, ਸਿਫਤ ਸਲਾਹ ਦਾ ਮਾਰਗ। ਪਰ ਮਨੁੱਖ ਜਿਸ ਮਾਰਗ ਤੇ ਤੁਰ ਪਿਆ, ਉਸ ਨੂੰ ਹੀ ਸਹੀ ਰਸਤਾ ਦੱਸ ਰਿਹਾ ਸੀ। ਕਬੀਰ ਸਾਹਿਬ ਆਪਣੇ ਸ਼ਲੋਕਾਂ ਅੰਦਰ ਬਖਸ਼ਿਸ਼ ਕਰਦੇ ਹਨ, ਢੂੰਡਤ ਡੋਲੇ ਅੰਧਗਤ ਅਰ ਚੀਨਤ ਨਾਹੀ ਸੰਤ। ਕਹਿ ਨਾਮਾ ਕਿਉਂ ਪਾਈਐ, ਬਿਨ ਭਗਤੋਂ ਭਗਵੰਤ। ਕਦੇ ਸਮਾਂ ਸੀ ਕਿ ਮਨੁੱਖ ਦੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਕਿ ਜਿਹੜਾ ਸੰਸਾਰੀ ਹੈ ਉਹ ਕਰਤਾਰੀ ਨਹੀਂ ਹੋ ਸਕਦਾ, ਜਿਹੜਾ ਕਰਤਾਰੀ ਹੈ ਉਹ ਸੰਸਾਰੀ ਨਹੀਂ ਹੋ ਸਕਦਾ। ਇਹੀ ਕਾਰਨ ਜਿਹੜੇ ਕਰਤਾਰੀ ਸਨ ਉਹ ਘਰ ਦਾ ਤਿਆਗ ਕਰਕੇ ਜੋਗੀ ਬਣ ਕੇ ਜੰਗਲਾਂ ਵਿੱਚ ਚਲੇ ਗਏ, ਪਰ ਤਿਆਗ ਕੁਝ ਵੀ ਨਾ ਕਰ ਸਕੇ। ਜੇ ਘਰ ਦਾ ਤਿਆਗ ਕੀਤਾ, ਡੇਰੇ ਬਣਾ ਕੇ ਬੈਠ ਗਏ। ਜੇ ਬੱਚਿਆਂ ਦਾ ਤਿਆਗ ਕੀਤਾ, ਚੇਲੇ ਬਣਾ ਕੇ ਬੈਠ ਗਏ। ਦੂਸਰੇ ਸਾਰੇ ਸੰਸਾਰੀ ਗ੍ਰਸਤੀ ਮਾਇਆ ਦੀ ਦੌੜ ਵਿੱਚ ਭਾਵੇਂ ਬਹੁਤ ਅੱਗੇ ਨਿਕਲ ਗਏ, ਪਰ ਅੰਦਰ ਨੂੰ ਤ੍ਰਿਪਤੀ ਨਹੀਂ ਮਿਲੀ। ਮਨ ਦੀ ਸ਼ਾਂਤੀ ਵਾਸਤੇ ਉਹ ਕਰਤਾਰੀਆਂ ਕੋਲ ਜਾ ਕੇ ਮੱਥੇ ਰਗੜਦੇ ਰਹੇ ਅਤੇ ਕਰਤਾਰੀਆਂ ਨੂੰ ਆਪਣੇ ਤਨ ਦੀ ਭੁੱਖ ਮਿਟਾਉਣ ਵਾਸਤੇ ਗ੍ਰਸਤੀਆਂ ਦੇ ਦਰਵਾਜ਼ੇ ਤੇ ਮੰਗਣ ਵਾਸਤੇ ਖਲੋਣਾ ਪਿਆ, ਪਰ ਪਾਰ ਉਤਾਰਾ ਦੋਨਾਂ ਦਾ ਹੀ ਨਾ ਹੋਇਆ। ਬਾਬਾ ਫਰੀਦ ਜੀ ਦਾ ਪਾਵਨ ਕਥਨ ਹੈ, ਫਰੀਦਾ ਰਾਤੀ ਵੱਡੀਆਂ ਤੁਕ ਥੁਕ ਉਠਣ ਪਾਸ। ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਬਾਬਾ ਫਰੀਦ ਕਹਿੰਦੇ ਹਨ, ਤ੍ਰਿਕਾਰ ਹੈ ਐਸੇ ਜੀਵਨ ਤੇ ਜੋ ਦੂਜਿਆਂ ਦੀ ਆਸ ਲਾ ਕੇ ਬੈਠੇ ਹਨ। ਗੁਰੂ ਸਾਹਿਬ ਅੱਜ ਦੇ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਹਨ, ਜੋਗੀ ਹੋਵੇ
जोग वै भोगी होवै खाए, तपिया होवै तप करे, तीर्थ मल मल नाए। जोगी तो भाव है जुड़ना, जुड़ के उस परमात्मा की आराधना करनी, ਅਤੇ ਭੋਗੀ ਉਹ ਹੈ ਜੋ ਕੇਵਲ ਖਾਣ ਪੀਣ ਤੇ ਭੋਗਣ ਤੱਕ ਹੀ ਸੀਮਤ ਹੈ। ਜਿਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਕੇਵਲ ਜੋਗ ਹੀ ਕਮਾਉਂਦਾ ਹੈ ਅਤੇ ਜੋਗ ਨੂੰ ਹੀ ਸਿੱਧਾ ਰਸਤਾ ਦੱਸਦਾ ਹੈ ਅਤੇ ਠੀਕ ਸਮਝਦਾ ਹੈ, ਉਹ ਸੰਸਾਰ ਤੋਂ ਉਪਰਾਮ ਹੋ ਗਏ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋਗੀਆਂ ਨੂੰ ਫਿਟਕਾਰ ਵੀ ਪਾਈ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਇਣ ਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਜਿਨ੍ਹਾਂ ਨੇ ਤਪੀ ਬਣ ਕੇ ਤਪ ਕਰਨਾ ਸ਼ੁਰੂ ਕੀਤਾ ਉਹ ਕੇਵਲ ਤਪ ਵਾਲੇ ਪਾਸੇ ਹੀ ਲੱਗੇ ਰਹੇ, ਬਾਕੀ ਸਾਰੇ ਪਾਸਿਆਂ ਤੋਂ ਨਾਤਾ ਤੋੜ ਲਿਆ। ਜਦੋਂ ਬਾਬਰ ਚੜ ਕੇ ਆਇਆ ਹਿੰਦੁਸਤਾਨ ਤੇ, ਉਸ ਵੇਲੇ ਬੜੇ ਬੜੇ ਜਪੀਸ਼ਰ ਤਪੀਸ਼ਰ ਜੋਗੀ ਬੈਠੇ ਸਨ। ਰਾਜਸਥਾਨ ਦੇ ਰਜਵਾੜਿਆਂ ਨੇ ਬੇਨਤੀ ਕੀਤੀ ਜਾ ਕੇ ਕਿ ਹੁਣ ਕੀ ਕਰੀਏ। ਇਹਨਾਂ ਤਪੀਸ਼ਰਾਂ ਨੇ ਕਿਹਾ, ਕੋਈ ਚਿੰਤਾ ਦੀ ਲੋੜ ਨਹੀਂ, ਅਸੀਂ ਮੰਤਰ ਮਾਰ ਕੇ ਸਾਰਿਆਂ ਨੂੰ ਅੰਨੇ ਕਰ ਦੇਵਾਂਗੇ। ਪਰ ਹੋਇਆ ਕੁਝ ਵੀ ਨਾ, ਕੋਈ ਤੁਰਕ ਨਾ ਹੋਇਆ ਅੰਧਾ, ਕਿਨੇ ਨਾ ਪਰਚਾ ਲਾਇਆ। ਸਾਹਿਬ ਕਹਿੰਦੇ ਨੇ ਜਿਹੜਾ ਇਸ਼ਨਾਨੀ ਹੈ ਉਹ ਕੇਵਲ ਤੀਰਥਾਂ ਤੇ ਜਾ ਕੇ ਮਲ-ਮਲ ਇਸ਼ਨਾਨ ਹੀ ਕਰੀ ਜਾ ਰਿਹਾ ਹੈ। ਫਲਾਣੇ ਮਹਾਂਪੁਰਸ਼ 200 ਗਾਗਰ ਨਾਲ ਇਸ਼ਨਾਨ ਕਰਦੇ ਹਨ, ਕੇਵਲ ਕਰਮਕਾਂਡ ਬਣ ਕੇ ਰਹਿ ਗਿਆ। ਬਾਹਰ ਦੇ ਇਸ਼ਨਾਨ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ, ਉਹ ਤਾਂ ਕੇਵਲ ਨਾਮ ਦੁਆਰਾ ਹੀ ਉਤਰਦੀ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੈ ਕੇ ਰੰਗ। ਸਤਿਗੁਰੂ ਜੀ ਕਹਿੰਦੇ ਮੈਨੂੰ ਨਾ ਜੋਗ ਚਾਹੀਦਾ, ਨਾ ਭੋਗ, ਨਾ ਤਪਿਆ ਅਤੇ ਨਾ ਹੀ ਤੀਰਥ ਇਸ਼ਨਾਨ ਦੀ ਅਭਿਲਾਸ਼ਾ ਹੈ। ਫਿਰ ਕੀ ਕਰਨਾ ਹੈ? ਤੇਰਾ ਸੱਦੜਾ ਸੁਣੀਜੈ ਭਾਈ, ਜੇ ਕੋ ਬਹਿ ਅਲਾਏ। ਹੇ ਪ੍ਰਮਾਤਮਾ, ਮੈਨੂੰ ਤਾਂ ਕੇਵਲ ਤੇਰੀ ਸਿਫਤ ਸਲਾਹ ਦਾ ਸ਼ਬਦ ਹੀ ਚਾਹੀਦਾ ਹੈ। ਮੈਂ ਕੇਵਲ ਉਹੀ ਸੁਣਨਾ ਚਾਹੁੰਦਾ ਹਾਂ ਅਗਰ ਕੋਈ ਪਿਆਰ ਵਿੱਚ ਭਿੱਜ ਕੇ ਮੈਨੂੰ ਸੁਣਾਏ। ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵੇ, ਜੇ ਸਣ ਨਿਸ਼ਾਨੈ ਜਾਏ। ਇਸ ਜਗਤ ਅੰਦਰ ਮਨੁੱਖ ਜੋ ਕਰਮ ਕਰਦਾ ਹੈ ਉਸ ਅਨੁਸਾਰ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ। ਸਰੀਰ ਕਰਮ ਭੂਮੀ ਹੈ, ਕਰਮਾਂ ਦਾ ਬੀਜ ਬੀਜਿਆ ਜਾਂਦਾ ਹੈ, ਫਲ ਵੀ ਉਸੇ ਤਰ੍ਹਾਂ ਦਾ ਪ੍ਰਾਪਤ ਹੁੰਦਾ ਹੈ। ਫਿਰ ਜੋ ਬੀਜਦਾ ਹੈ ਆਪ ਨੂੰ ਹੀ ਵੱਢਣਾ ਪੈਂਦਾ ਹੈ। ਕੋਈ ਭੈਣ ਭਰਾ ਰਿਸ਼ਤੇਦਾਰ ਧੀਆਂ ਪੁੱਤਰ ਹਿੱਸੇਦਾਰ ਨਹੀਂ ਬਣਦੇ, ਆਪੇ ਬੀਜ ਆਪੇ ਹੀ ਖਾ। ਜੋ ਕਮਾਈ ਕੀਤੀ ਹੈ ਉਹੀ ਖਾਣੀ ਪੈਂਦੀ ਹੈ। ਕਰਮ ਚੰਗਾ ਕੀਤਾ ਹੈ, ਫਲ ਕਈ ਗੁਣਾ ਵੱਧ ਚੰਗਾ ਮਿਲੇਗਾ, ਪਰ ਜੇ ਬੀਜ ਮਾੜਾ ਬੀਜਿਆ ਗਿਆ ਹੈ ਤਾਂ ਫਲ ਵੀ ਕਈ ਗੁਣਾ ਵੱਧ ਮਾੜਾ ਹੋਵੇਗਾ। ਸਾਹਿਬ ਕਹਿੰਦੇ ਜੋਗ ਭੋਗ ਤਪ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਕਮਾਈ ਨਹੀਂ ਹੈ, ਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਸਿਫਤ ਸਲਾਹ ਹੀ ਪ੍ਰਵਾਨ ਹੈ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦਾ ਨਿਸ਼ਾਨ ਭਾਵ ਰਾਹਦਾਰੀ ਪਰਵਾਨਾ ਨਾਲ ਲੈ ਕੇ ਚੱਲਦਾ ਹੈ, ਉਸ ਨੂੰ ਰਸਤੇ ਵਿੱਚ ਅੱਗੇ ਕੋਈ ਵੀ ਰੋਕ ਟੋਕ ਨਹੀਂ ਪੈ ਸਕਦੀ। ਤੈ ਸੋ ਜੈਸਾ ਕਾਂਢੀਐ, ਜੈਸੀ ਕਾਰ ਕਮਾਏ, ਜੋ ਦਮ ਚਿਤ ਨਾ ਆਵੇ, ਸੋ ਦਮ ਬਿਰਥਾ ਜਾਏ। ਸਾਹਿਬ ਕਹਿੰਦੇ ਨੇ ਕਿ ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਨਾ ਉਸ ਤਰ੍ਹਾਂ ਹੀ ਜਾਣਿਆ ਜਾਂਦਾ ਹੈ। ਜਿਵੇਂ ਸੋਨੇ ਦੇ ਗਹਿਣੇ ਬਣਾਉਣ ਵਾਲਾ ਸੁਨਿਆਰ, ਲੋਹੇ ਦਾ ਕੰਮ ਕਰਨ ਵਾਲਾ ਲੋਹਾਰ, ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ, ਇਸੇ ਤਰ੍ਹਾਂ ਹੀ ਆਤਮਕ ਜੀਵਨ ਦੇ ਪੰਧ ਵਿੱਚ ਵੀ ਉਹੀ ਨਿਯਮ ਕੰਮ ਕਰਦਾ ਹੈ। ਜੋ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ, ਭਗਤ ਉਸੇ ਨੂੰ ਹੀ ਆਖਿਆ ਜਾਂਦਾ ਹੈ। ਜੋਗ ਭੋਗ ਜਾਂ ਤਪ ਵਿੱਚੋਂ ਭਗਤੀ ਭਾਵ ਪੈਦਾ ਨਹੀਂ ਹੋ ਸਕਦਾ। ਮਨੁੱਖ ਦਾ ਜਿਹੜਾ ਸਵਾਸ ਕਿਸੇ ਐਸੇ ਉਦਮ ਵਿੱਚ ਲੰਘਦਾ ਹੈ ਕਿ ਪਰਮਾਤਮਾ ਉਸ ਦੇ ਮਨ ਵਿੱਚ ਨਹੀਂ ਵਸਦਾ, ਤਾਂ ਉਹ ਸਵਾਸ ਵਿਅਰਥ ਚਲਾ ਜਾਂਦਾ ਹੈ। ਇਹ ਤਨ
ਵੇਚੀ ਬੈ ਕਰੇ, ਜੇ ਕੋ ਲਏ ਵਿਕਾਏ। ਨਾਨਕ ਕੰਮ ਨ ਆਵੇ, ਜਿਤ ਤਨ ਨਾਹੀ ਸੱਚਾ ਨਾਮ। ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਨਹੀਂ ਵਸਦਾ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਉਹ ਸਰੀਰ ਵਿਅਰਥ ਹੀ ਗਿਆ ਸਮਝੋ। ਇਸ ਵਾਸਤੇ ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦੇ ਨਾਮ ਦੇ ਵੱਟੇ ਮੇਰਾ ਸਰੀਰ ਲੈਣਾ ਚਾਹੇ ਤੇ ਮੈਂ ਆਪਣਾ ਸਰੀਰ ਵੀ ਵੇਚਣ ਨੂੰ ਤਿਆਰ ਹਾਂ, ਮੈਂ ਆਪਣਾ ਸਰੀਰ ਵੀ ਬਹਿ ਕਰਨ ਨੂੰ ਤਿਆਰ ਹਾਂ, ਪਰ ਨਾਮ ਦੀ ਦਾਤ ਝੋਲੀ ਵਿੱਚ ਪੈ ਜਾਏ। ਧੁਰ ਦਰਗਾਹੋਂ ਆਏ ਪ੍ਰਭੂ ਦੇ ਮਿੱਠੜੇ ਬੋਲ ਅਣਿਆਲੇ ਤੀਰਾਂ ਦੀ ਤਰ੍ਹਾਂ ਅਸਰ ਕਰਦੇ ਨੇ। ਇਹ ਇਲਾਹੀ ਬੋਲ ਉਸੇ ਅਕਾਲ ਪੁਰਖ ਦੇ ਨੇ ਜੋ ਘਟ ਘਟ ਕੀ ਜਾਣਨ ਵਾਲਾ ਹੈ। ਧੰਨ ਹਨ ਉਹ ਗੁਰੂ ਕੇ ਪਿਆਰੇ ਜੋ ਸਾਨੂੰ ਪ੍ਰਭੂ ਦੀਆਂ ਬਾਤਾਂ ਸਰਵਣ ਕਰਵਾਉਂਦੇ ਨੇ। ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ।